ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 13 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਬੁਲਾਈਏ, ਸ਼ੁਰੂਆਤ ਕਰੀਏ ਬੇਅਦਬੀਆਂ ਸੰਬੰਧੀ ਬਿੱਲ ਜਿਹੜਾ ਪਾਸ ਹੋਇਆ। ਸ਼ਰਮਾ ਜੀ, ਬਿੱਲ ਪਾਸ ਹੋ ਗਿਆ ਪਰ ਕਈ ਤਰ੍ਹਾਂ ਦੇ ਸਵਾਲ, ਖਦਸ਼ੇ, ਸ਼ੰਕੇ ਬਰਕਰਾਰ ਨੇ। ਪ੍ਰਵੀਨ ਜੀ, ਬੇਅਦਬੀ ਦਾ ਮਸਲਾ ਪੰਜਾਬ ਤੇ ਪੰਜਾਬੀਅਤ ਦੇ ਵਿੱਚ ਸਿੱਖ ਧਰਮ ਪੰਜਾਬ ਦਾ ਹੀ ਮਸਲਾ ਨਹੀਂ, ਜਿੱਥੇ ਵੀ ਸਿੱਖ ਭਾਈਚਾਰਾ ਵੱਸਦਾ ਉੱਥੇ ਤੱਕ ਉਹਨਾਂ ਦੇ ਲਈ ਬਹੁਤ ਅਹਿਮ ਹੈ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਜੀ ਕਿਸੇ ਵੀ ਧਰਮ ਦੇ ਗ੍ਰੰਥ ਦਾ ਅਪਮਾਨ ਹੋਣ ਤੇ ਪੀੜਤ ਮਹਿਸੂਸ ਕਰਦੇ ਨੇ। ਸਹੀ ਗੱਲ। ਫਿਕਰ ਵੱਧਦਾ ਹੈ ਕਿ ਇਹਦੇ ਨਾਲ ਆਪਸੀ ਖਿੱਚੋਤਾਣ ਨਾ ਕਿਤੇ ਨਵੀਂ ਕੋਈ ਸ਼ੁਰੂ ਹੋ ਜਾਵੇ। ਪਰ ਪੰਜਾਬ ਵਰਗੀ ਧਰਤੀ, ਜਿਹੜੀ ਗੁਰੂਆਂ, ਪੀਰਾਂ, ਸਾਧਾਂ, ਫਕੀਰਾਂ ਦੀ ਧਰਤੀ ਮੰਨੀ ਜਾਂਦੀ ਆ, ਔਰ ਜੋ ਇਤਿਹਾਸ ਇਹਦਾ ਗਵਾਹੀ ਭਰਦਾ ਹੈ ਕਿ ਇਹ ਧਰਤੀ ਉਹੀ ਆ, ਉਸ ਜਰਖੇਜ ਧਰਤੀ ਉੱਤੇ ਜਿੱਥੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਵੱਸਦਾ ਹੋਵੇ ਤੇ ਜਿਹੜੇ ਸਿੱਖ ਨਹੀਂ ਵੀ ਹੈਗੇ ਉਹ ਵੀ ਗੁਰੂ ਸਾਹਿਬ ਦੇ ਫਲਸਫੇ ਨੂੰ ਅਪਣਾ ਕੇ ਅੱਗੇ ਚੱਲਦੇ ਹੋਣ, ਜੀ ਉਸ ਧਰਤੀ ਤੇ ਹੀ ਸਭ ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਣ, ਫਿਰ ਸੋਚਣ ਦਾ ਵਿਸ਼ਾ ਹੈ। ਜੀ ਕਿ ਕੀ ਇਹ ਨਿਰੋਲ ਕੋਈ ਕਿਸੇ ਦੀ ਸ਼ਰਾਰਤ ਹੈ, ਕੀ ਇਹ ਨਿਰੋਲ ਮੂਰਖਤਾ ਭਰਿਆ ਕੋਈ ਕਾਰਵਾਈ ਉਹ ਹੈ, ਜਾਂ ਇਹਦੇ ਵਿੱਚ ਸਭ ਤੋਂ ਵੱਧ ਰਾਜਨੀਤਿਕ ਰਲਗੱਡ ਹੈ। ਖਾਸ ਕਰਕੇ 2015 ਦੀਆਂ ਬੇਅਦਬੀ ਵਾਲੀਆਂ ਘਟਨਾਵਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨਾ, ਫਿਰ ਉਹਦੇ ਪੱਤਰੇ ਅੰਗ ਖਿਲਾਰਨਾ, ਫਿਰ ਦਮਗੇ ਮਾਰਨਾ, ਕਿਆ ਕਰਤਾ ਕਰ ਲੋ ਜੋ ਕਰਨਾ ਹੈ। ਜੀ ਸਹੀ ਹੈ। ਉਹ ਤੋਂ ਬਾਅਦ ਵਰਤਾਰਾ ਰੁਕਿਆ ਨਹੀਂ। ਮਤਲਬ 100 ਤੋਂ ਵੱਧ ਕੇਸ ਦਰਜ ਨੇ ਉਸ ਸਾਲ ਦੇ ਵਿੱਚ ਬੇਅਦਬੀ ਦੇ। ਬਿਲਕੁਲ ਸਹੀ। ਤੇ ਅਗਲੇ ਵਰਿਆਂ ਚ ਵੀ ਮੈਂ ਦੇਖਦਾ ਰਿਹਾ 2021-22 ਦੇ ਵਿੱਚ 80 ਕੇਸ ਦਰਜ ਨੇ। 2025 ਦੇ ਵਿੱਚ ਵੀ 60 ਤੋਂ ਵੱਧ ਕੇਸ ਨੇ। ਤੇ ਆ 2026 ਮੈਂ ਫਰਵਰੀ ਤੱਕ ਦੇ ਅੰਕੜੇ ਦੇਖ ਰਿਹਾ ਸੀ, 8 ਜਾਂ 9 ਕੇਸ ਦਰਜ ਨੇ। ਤੇ ਇੱਥੋਂ ਹਿਸਾਬ ਲਾਉਣ ਦੀ ਲੋੜ ਹੈ ਕਿ ਇਹ ਹੈ ਕੀ ਆ ਅਸਲ ਚ ਵਰਤਾਰਾ। ਜੋ ਪੰਜਾਬ ਦੀ ਵਿਧਾਨ ਸਭਾ ਚ ਕੱਲ ਹੋਇਆ ਜੀ, ਕੀ ਉਹ ਇਨਸਾਫ ਦਾ ਰਾਹ ਦਿਖਾਉਂਦਾ? ਬਿਲਕੁਲ ਸਹੀ। ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਕਿ ਬੇਅਦਬੀਆਂ ਦਾ ਮਸਲਾ ਗੰਭੀਰ ਹੈ, ਔਰ ਇੱਕ ਧਿਰ ਮਹਿਸੂਸ ਕਰਦੀ ਹੈ ਕਿ ਜੇ ਕਾਨੂੰਨ ਸਖਤ ਹੋਵੇ, ਸਜ਼ਾ ਸਖਤ ਹੋਵੇ, ਤੇ ਇੱਕ ਤਰ੍ਹਾਂ ਨਾਲ ਮਤਲਬ ਕਿ ਇਹ ਇੱਕ ਉਦਾਹਰਨ ਬਣ ਜਾਵੇ ਤਾਂ ਸ਼ਾਇਦ ਦੁਬਾਰਾ ਕੋਈ ਕਰੇਗਾ ਨਹੀਂ। ਇਸ ਧਾਰਨਾ ਨੂੰ ਕੱਲ ਮੁੱਖ ਮੰਤਰੀ ਸਾਹਿਬ ਵੱਡਾ ਕਰ ਰਹੇ ਸੀ ਜੀ। ਉਹ ਕਹਿੰਦੇ ਵੀ ਕਾਂ ਟੰਗਦੀ ਏ ਇੱਕ ਤਾਂ ਫਿਰ ਸਦੀਆਂ ਤੱਕ ਕੋਈ ਅਜਿਹਾ ਪੰਗਾ ਨਹੀਂ ਲਊਗਾ, ਕਿਉਂਕਿ ਜਿਹੜਾ ਕਾਨੂੰਨ ਕੱਲ ਪਾਸ ਕੀਤਾ ਉਹ ਨਵਾਂ ਨਹੀਂ ਹੈ। ਪੇਸ਼ ਇੰਝ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਦੁਨੀਆ ਦੇ ਉੱਤੇ ਪਹਿਲੀ ਵਾਰ ਹੋਇਆ। ਜੀ ਬਿਲਕੁਲ। ਪਰ ਉਹ ਕੱਲ ਨਿਰੋਲ ਸੋਧ ਬਿੱਲ ਸੀ।
ਤੇ ਉਸ ਸੋਧੇ ਹੋਏ ਬਿੱਲ ਦੇ ਵਿੱਚ ਹੁਣ ਸਜ਼ਾ ਨੂੰ 25 ਸਾਲ ਤੱਕ ਲਿਜਾਇਆ ਗਿਆ। ਉਸ ਸੋਧੇ ਹੋਏ ਬਿੱਲ ਦੇ ਵਿੱਚ 10 ਲੱਖ ਤੱਕ ਦੇ ਜੁਰਮਾਨੇ ਦੀ ਕਵਾਇਦ ਸ਼ਾਮਲ ਕੀਤੀ ਗਈ ਹੈ। ਉਸ ਬਿੱਲ ਦੇ ਵਿੱਚ ਇਹ ਵੀ ਹੈ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਸਾੜਦਾ, ਫੂਕਦਾ ਹੈ, ਫਾੜਦਾ ਤੇ ਤਾਂ ਉਹਦੇ ਉੱਤੇ ਵੀ ਤੇ ਉਸ ਦੇ ਜਿਹਦੀ ਦੇਖ ਰੇਖ ਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੋ ਰਹੀ ਆ ਉਹਦੇ ਤੇ ਵੀ ਕਾਰਵਾਈ ਹੋਊਗੀ। ਹੁਣ ਇਸ ਚੀਜ਼ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਰੱਖ ਰਹੇ ਸੀ ਤਾਂ ਜਿਹੜੀ ਉਹਦੀ ਲਿਖਤ ਹੈ ਕੱਲ ਵਾਲੇ ਸੋਧ ਬਿੱਲ ਦੀ ਜੀ, ਉਹ ਤੇ ਮੁੱਖ ਮੰਤਰੀ ਸਾਹਿਬ ਦਾ ਵਿਖਿਆਨ ਕਿਤੇ ਵੀ ਮੇਲ ਨਹੀਂ ਖਾ ਰਿਹਾ ਸੀ। ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਸੀ ਕਿ ਵੀ 3 ਡੈਥ ਉਮਰ ਕੈਦ ਹੈ। ਹਾਂਜੀ ਹਾਂਜੀ, ਤੇ ਉਹ ਪਤਾ ਨਹੀਂ ਜਾਣਦੇ ਨਹੀਂਗੇ ਜਾਂ ਭੋਲੇ ਬਣਦੇ ਨੇ ਜਾਂ ਸ਼ਰਾਰਤਾਂ ਕਰਦੇ ਨੇ। ਉਹ ਚ ਕਿਤੇ ਲਿਖਿਆ ਹੀ ਨਹੀਂ ਗਿਆ ਟਿਲ ਡੈਥ ਤੱਕ ਦਾ। ਔਰ ਇਹ ਅਦਾਲਤ ਨੇ ਦੇਖਣਾ ਹੈ ਜੀ। ਉਮਰ ਕੈਦ ਵੀ ਹੈ ਤੇ ਉਮਰ ਕੈਦ ਮੌਤ ਤੱਕ ਵੀ ਹੈ। ਇਹ ਜੱਜ ਨੇ ਫੈਸਲਾ ਸੁਣਾਉਣ ਲੱਗੇ ਤੈਅ ਕਰਨਾ, ਤੁਸੀਂ ਨਹੀਂ ਕਰ ਸਕਦੇ। ਸਹੀ ਹੈ, ਬਿਲਕੁਲ ਸਹੀ ਹੈ। ਕੀ ਮੁੱਖ ਮੰਤਰੀ ਸਾਹਿਬ ਇਹ ਜਾਣਦੇ ਨਹੀਂ ਸੀ ਜਾਂ ਉਹ ਜਾਣ ਕੇ ਇਹ ਗੱਲ? ਔਰ ਕਿੰਨੀਆਂ ਤੁਕਾਂ ਉਹਨਾਂ ਨੇ ਉਹ ਬੋਲੀਆਂ ਜਿਹੜੀਆਂ ਇਹ ਕਹਿ ਕੇ ਗੁਰੂ ਗ੍ਰੰਥ ਸਾਹਿਬ ਦਰਜ ਨੇ, ਜਦੋਂ ਕਿ ਉਹ ਦਰਜ ਨਹੀਂ। ਉਹ ਪ੍ਰਮਾਣਿਤ ਨੇ ਪਰ ਉਹ ਬਾਣੀ ਨਹੀਂ। ਬਿਲਕੁਲ ਸਹੀ ਹੈ। ਫਿਰ ਸਭ ਤੋਂ ਅਹਿਮ ਬੇਅਦਬੀ ਖਿਲਾਫ ਜਿਹੜਾ ਬਿੱਲ ਪਾਸ ਹੋਇਆ ਇਹ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਬਿੱਲ 2026 ਜੀ। ਹੁਣ ਸੋਧ ਦਾ ਮਤਲਬ ਕਿ ਪਹਿਲਾਂ ਬਿੱਲ ਇਹ ਪਾਸ ਹੈ, ਅਸੀਂ ਉਹਦੇ ਵਿੱਚ ਨਵੀਆਂ ਕੁਝ ਤਜਵੀਜ਼ਾਂ ਸ਼ਾਮਲ ਕੀਤੀਆਂ। ਇਹ 2008 ਵਾਲਾ ਬਿੱਲ ਹੈ। 2008 ਦੇ ਅਨੁਸਾਰ 3 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ ਜੀ। ਤੇ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਨੂੰ ਕਹਿ ਰਹੇ, ਸਪੀਕਰ ਸਾਹਿਬ ਇੱਕ ਵਾਰ ਕਾਂ ਟੰਗ ਤਾ ਨਾ ਇੱਕ ਜਨਾਬ 4 ਸਾਲਾਂ ਚ ਕੋਈ ਕਾਂ 2008 ਦੇ ਹਿਸਾਬ ਨਾਲ ਟੰਗ ਦਿੰਦੇ। ਸਹੀ ਹੈ। ਇੱਕ ਪਾਸੇ ਤੁਸੀਂ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕਰਾਂਗੇ, ਸਾਡੀ ਪੁਲਿਸ ਰੱਖਿਆ ਕਰੂਗੀ। ਦੂਸਰੇ ਪਾਸੇ ਕੁਝ ਧਿਰਾਂ ਨੂੰ ਸਿੱਖ ਜਗਤ ਦੇ ਵਿੱਚੋਂ ਹੀ ਇਹ ਫਿਕਰ ਹੈ ਕਿ ਤੁਸੀਂ ਇਸ ਕਾਨੂੰਨ ਦੀ ਆਪਣੇ ਵਿਰੋਧੀਆਂ ਖਿਲਾਫ ਦੁਰਵਰਤੋਂ ਵੀ ਕਰੋਗੇ ਜੀ। ਖੰਨੇ 'ਚ ਇੱਕ MC ਇਹਨਾਂ ਨੂੰ ਛੱਡ ਕੇ ਜਿੱਦਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿੱਦਾਂ ਹੀ ਅਕਾਲੀ ਦਲ 'ਚ ਸ਼ਾਮਲ ਹੋਇਆ ਉਹਦੀਆਂ ਦੁਕਾਨਾਂ ਤੋੜਤੀਆਂ ਜਦੇ। ਕਹਿੰਦੇ ਜੀ ਇਲੀਗਲ, ਮਤਲਬ ਆ 4 ਸਾਲ ਤੋਂ ਇਲੀਗਲ ਨਹੀਂ ਸੀ ਉਹਦੀਆਂ ਦੁਕਾਨਾਂ, 2 ਦਿਨਾਂ 'ਚ ਹੋਈਆਂ। ਸਹੀ ਹੈ। ਇਸ ਨੂੰ ਲੈ ਕੇ ਕਈਆਂ ਨੂੰ ਖਰਚਾ ਹੈ। ਹੁਣ ਇਹ ਬਿੱਲ 2008 'ਚ ਸੀ, 8 ਵਾਲੇ ਨੂੰ ਸੋਧ ਕੀਤਾ। ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਬੇਅਦਬੀਆਂ ਦੇ ਮਸਲਿਆਂ ਦੇ ਉੱਤੇ ਪੰਜਾਬ 'ਚ ਸਰਕਾਰਾਂ ਬਣੀਆਂ, ਸਰਕਾਰਾਂ ਡਿੱਗੀਆਂ, ਜਿਹੜੇ ਮਸਲਿਆਂ ਤੇ ਤੁਸੀਂ ਵੋਟਾਂ ਮੰਗੀਆਂ ਹੈਨਾ, ਜਿਹੜੇ ਇਨਸਾਫ ਦਿਵਾਉਣ ਦੇ ਲਈ ਤੁਸੀਂ ਦਮ ਜੇ ਮਾਰੇ, ਉਹ ਤਾਂ ਸਾਰੇ ਕੇਸ ਪੰਜਾਬ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਆ ਗਏ। ਉੱਥੇ ਤਾਂ ਪੈਰਵੀ ਵੀ ਨਹੀਂ ਹੋਈ ਤੋਂ ਨਹੀਂ ਹੋਈ। ਸਹੀ ਗੱਲ। ਸਜ਼ਾ ਦਿਵਾਉਣੀ, ਇਨਸਾਫ ਤੱਕ ਲੈ ਕੇ ਜਾਣਾ ਤਾਂ ਦੂਰ ਦੀ ਗੱਲ ਆ, ਤੁਸੀਂ ਤਾਂ ਕੇਸ ਵੀ ਪੰਜਾਬ 'ਚ ਨਹੀਂ ਰੋਕ ਸਕੇ। ਤੇ ਜੇ ਇਹੋ ਜਿਹੇ ਕੇਸਾਂ ਨੇ ਪੰਜਾਬ ਤੋਂ ਬਾਹਰ ਹੀ ਜਾਣਾ ਤਾਂ ਤੁਹਾਡਾ ਕਾਨੂੰਨ ਬਣ ਕੇ ਵੀ ਕੀ ਕਰ ਲੂਗਾ ਫਿਰ? ਸਹੀ ਹੈ। ਫਿਰ ਤਾਂ ਉਹਨਾਂ ਦੇ ਲਾਗੂ ਨਹੀਂ ਹੋਣਾ ਉਹ ਕਾਨੂੰਨ। ਦੂਜੀ ਗੱਲ, 2015 ਵਾਲੇ ਬਹਿਲ ਕਲਾਂ ਬਰਗਾੜੀ ਕਾਂਡ ਤੋਂ ਲੈ ਕੇ ਹੁਣ ਤੱਕ ਦੀਆਂ ਘਟਨਾਵਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਣਾ। ਮਤਲਬ ਤੁਸੀਂ ਇੰਤਜ਼ਾਰ ਕਰੋਗੇ ਕਿ ਨਵੀਂ ਘਟਨਾ ਵਾਪਰੇ ਫਿਰ ਅਸੀਂ ਇਸ ਕਾਨੂੰਨ ਦਾ ਟ੍ਰਾਇਲ ਕਰੀਏ, ਤੁਸੀਂ ਇਹ ਢੀਕੋਗੇ? ਸਹੀ ਗੱਲ ਹੈ, ਬਿਲਕੁਲ। ਪਿਛਲੀਆਂ ਘਟਨਾਵਾਂ ਤੇ ਪਿਛਲਾ ਕਾਨੂੰਨ ਇਹ ਲਾਗੂ ਹੋਣਾ ਨਾ, ਉਹਦੇ ਅਨੁਸਾਰ ਚਾਰਜ ਕੀ ਆ ਹੁਣ ਤੱਕ। ਇਹ ਕਿਹੜਾ ਰੈਟਰੋਸਪੈਕਟਿਵ ਹੈ? ਇਹ ਆਪਣੇ ਆਪ ਚ ਕਿ ਤੁਸੀਂ ਉਹਦੇ ਨੇ ਕੀ ਕੀਤਾ, ਉਹਦੇ ਲਈ ਜੋ ਚਲਾਨ ਪੇਸ਼ ਹੈ ਜੀ, ਸਪੀਕਰ ਸਾਹਿਬ ਸਫਾਈਆਂ ਦੇ ਰਹੇ ਨੇ, ਉਹ ਚਲਾਨ ਪੇਸ਼ ਹੈ ਜੀ, ਉਹ ਅਦਾਲਤ ਚ ਹੋਣਾ। ਫਿਰ ਤੁਸੀਂ ਉੱਥੇ ਜਾ ਕੇ ਕਿਉਂ ਕਹਿੰਦੇ ਸੀ ਮੈਂ ਰਾਜਨੀਤੀ ਛੱਡ ਦੂੰਗਾ? ਤੁਸੀਂ ਕਹਿੰਦੇ ਸੀ 4 ਮਹੀਨਿਆਂ ਚ ਅਸੀਂ ਇਨਸਾਫ ਦਵਾ ਦਾਂਗੇ। ਆ ਕੁਬਰ ਵਿਜੇ ਪ੍ਰਤਾਪ ਦੀਆਂ ਫਾਈਲਾਂ ਤਿਆਰ ਪਈਆਂ ਨੇ, ਸਾਰਾ ਕੁਝ। ਹੁਣ ਕੁਬਰ ਵਿਜੇ ਤੱਕ ਨਹੀਂ ਮੂੰਹ ਵੀ ਨਹੀਂ ਹੁੰਦਾ ਤੋਂ। ਬਿਲਕੁਲ। ਸੋ ਇਸ ਲਈ ਇਹਦਾ ਮਤਲਬ ਰੋਲ ਰਾਜਨੀਤੀ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ। ਹੁਣ ਜਿਸ ਗੱਲ ਦਾ ਇਸ ਕੱਲ ਵਾਲੇ ਬਿੱਲ ਦੇ ਵਿੱਚੋਂ ਇੱਕ ਆਸ ਇਹ ਜਾਗਦੀ ਹੈ ਕਿ ਗਾਹਾਂ ਕੋਈ ਕਰੂਗਾ ਤਾਂ ਸਖਤ ਸਜ਼ਾਵਾਂ ਨੇ, ਜ਼ਮਾਨਤ ਨਹੀਂ ਮਿਲਣੀ, ਹੈ ਨਾ, ਲੰਮਾ ਚੱਲੂਗਾ, ਸਜ਼ਾ
ਵੱਡੀ ਹੋ ਜੂਗੀ। ਦੂਸਰੇ ਪਾਸੇ ਕੱਲ ਸਿੱਖ ਵਿਦਵਾਨਾਂ ਨਾਲ, ਬੁੱਧੀਜੀਵੀਆਂ ਨਾਲ, ਕਾਨੂੰਨੀ ਮਾਹਿਰਾਂ ਨਾਲ ਮੈਂ ਜਦੋਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜਿਸ ਗਿਰਾਵਟ ਤੇ ਸਾਡੀ ਰਾਜਨੀਤੀ ਆ ਗਈ ਆ, ਅਸੀਂ ਆਪਣੀ ਦਾੜੀ ਕਿਤੇ ਆਪੇ ਪੁਲਿਸ ਦੇ ਹੱਥਾਂ ਨਹੀਂ ਫੜਾ ਰਹੇ। ਉਹ ਕਹਿੰਦੇ ਵੀ ਇਹਦੇ ਵਿੱਚ ਸਪਸ਼ਟ ਲਿਖਿਆ ਜੀ ਕਿ ਜੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਫਾੜਦਾ ਹੈ, ਉਹਦੇ ਅੰਗਾਂ ਨੂੰ ਖੰਡਿਤ ਕਰਦਾ ਹੈ ਨਾ, ਤੇ ਉਸ ਨੂੰ ਇਹੀ ਜਿਹੀ ਥਾਂ ਤੇ ਰੱਖਦਾ ਹੈ ਜਿੱਥੇ ਉਹ ਸਤਿਕਾਰ ਨਹੀਂ ਬਣਦਾ, ਉਹ ਸ਼ੋਭਾ ਨਹੀਂ ਦਿੰਦਾ, ਜਾਂ ਉਸ ਨੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਉਹ 'ਚ ਲੱਗਦੀ ਹੈ ਛੇੜਖਾਨੀ ਹੈ ਜੀ, ਕਹਿੰਦੇ ਉਹਦੇ ਤੇ ਕਾਨੂੰਨ ਲਾਗੂ ਹੋਊਗਾ ਜੀ। ਹੁਣ ਉਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬਿਰਧ ਹੋ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਅੰਗੀਠਾ ਸੰਭਾਲਦੀ ਆ, ਉਸਨੂੰ ਅਗਨ ਭੇਟ ਕਰਦੀ ਹੈ ਜਿਵੇਂ ਸੰਸਕਾਰ ਦੀ ਆਪਣੀ ਵਿਧਾ ਜੀ, ਤੇ ਹੁਣ ਕਾਨੂੰਨ ਵੱਖਰਾ ਤਾਂ ਡਿਫਾਈਨ ਨਹੀਂ ਕਰਦਾ ਇਹਨੂੰ। ਕੱਲ ਨੂੰ ਇਹ ਆਪਣਾ ਦਲ-ਬਲ ਲੈ ਕੇ ਚਲੇ ਜਾਣ ਜੀ ਕਿ ਦੇਖੋ ਜੀ ਇਹ ਤਾਂ ਸਾੜ ਰਹੇ ਨੇ ਜੀ, ਕੇਸ ਬਣਦਾ ਤੁਹਾਡੇ ਤੇ। ਇਹ ਬੁੱਧੀਜੀਵੀਆਂ ਨੇ ਪ੍ਰਗਟਾਈ ਆ, ਸਿੱਖ ਬੁੱਧੀਜੀਵੀਆਂ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਸੋ ਉਹ ਇਹ ਫਿਰ ਉਹ ਦੂਸਰਾ ਉਹ ਕਹਿੰਦੇ ਵੀ ਕੱਲ ਨੂੰ ਕਿਸੇ ਲੀਡਰ ਨਾਲ, ਕਿਸੇ ਵਿਅਕਤੀ ਨਾਲ ਵਿਗੜ ਗਈ, ਤੁਹਾਨੂੰ ਪਤਾ ਹੈ ਕਿ ਉਹਦੇ ਘਰੇ ਗੁਰੂ ਗ੍ਰੰਥ ਸਾਹਿਬ ਪਿਆ, ਤੁਸੀਂ ਤਾਂ ਕਹਿਣਾ ਹੀ ਨਾ ਜੀ ਕਿ ਦੇਖੋ ਜੀ ਪੱਤਰੇ ਢਿੱਲੇ ਹੋ ਗਏ ਜੀ, ਇਹ ਤਾਂ ਅੰਗ ਹੋ ਗਏ। ਜਿਹੜਾ ਬੰਦਾ ਕਹਿੰਦੇ ਰੋਜ਼ ਪਾਠ ਪੜ੍ਹਦਾ, ਸਹੀ ਹੈ, ਉਹਨੂੰ ਦੋਸ਼ੀ ਬਣਾਓ। ਗੁਰੂ ਗ੍ਰੰਥ ਸਾਹਿਬ ਤੋਂ ਜਾਂ ਗੁਟਕਾ ਸਾਹਿਬ ਤੋਂ ਜੇ ਰੋਜ਼ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਉਹਦਾ ਰੰਗ ਵੀ ਬਦਲ ਜਾਣਾ ਥੋੜੇ ਹੌਲੀ ਹੌਲੀ, ਉਸ ਕਾਗਜ਼ ਨੇ ਭੁਰਨ ਵੀ ਲੱਗ ਜਾਣਾ, ਤੇ ਕੱਲ ਨੂੰ ਤੁਸੀਂ ਕਹੋਗੇ ਜੀ ਇਹ ਖੁੰਝਾ ਭੁਰਿਆ, ਇਹ ਜਿਲਤ ਚੋਂ ਨਿਕਲ ਗਿਆ ਕਾਗਜ਼, ਇਹ ਤਾਂ ਜੀ ਕਹਿੰਦੇ ਕਿਵੇਂ ਸਫਾਈ ਦਊਗਾ ਅਗਲਾ ਆਪਣੀ ਕਿ ਹਾਂਜੀ ਮੈਂ ਤਾਂ ਪਾਠ ਕਰਕੇ ਰੋਜ਼। ਤੇ ਇਸ ਲਈ ਇਹ ਖਦਸ਼ੇ ਨਾਲ ਪੈਰਲਲ ਖੜੇ ਹੋ ਗਏ, ਉਹਨਾਂ ਬਾਰੇ ਇਹ ਕੁਝ ਵੀ ਕਲੀਅਰ ਨਹੀਂ ਹੈਗਾ। ਤੇ ਇਹਦੇ ਵਿੱਚੋਂ ਕਹਿੰਦੇ ਜੀ ਕਿ ਅਸੀਂ ਤਾਂ ਇਹਦੇ ਵਿੱਚ ਬੇਅਦਬੀ ਦੀ ਪਰਿਭਾਸ਼ਾ ਵੀ ਤੈਅ ਕਰਤੀ। ਹੁਣ ਉਹ ਪਰਿਭਾਸ਼ਾ ਦਾ ਫੈਸਲਾ ਕੌਣ ਕਰੂਗਾ? ਰਾਜਨੀਤਿਕ ਵਿਅਕਤੀ ਜੀ, ਡੀਐਸਪੀ ਜਾਂ ਡੀਐਸਪੀ ਤੋਂ ਉੱਪਰ ਵਾਲਾ ਅਧਿਕਾਰੀ, ਕਿਉਂਕਿ ਡੀਐਸਪੀ ਤੋਂ ਥੱਲੇ ਜਾਂਚ ਨਹੀਂ ਹੋਣੀ। ਹੁਣ ਉਹ ਡੀਐਸਪੀ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ ਨਾ, ਇਹ ਬਾਅਦ ਦੀ ਗੱਲ ਹੈ। ਉਸ ਨੂੰ ਮਰਿਆਦਾ ਦਾ ਵੀ ਪਤਾ ਹੈ ਕਿ ਨਹੀਂ, ਚਾਹੇ ਉਹ ਸਿੱਖੀ ਚੋਂ ਆਵੇ ਚਾਹੇ ਕਿਧਰੋਂ ਆਵੇ, ਫਿਰ ਸਹੀ ਉਹ ਆਪ ਧਾਰਨੀ ਵੀ ਹੈ ਕਿ ਨਹੀਂ। ਬਿਲਕੁਲ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨਲਾਇਕ ਹੋ ਸਕਦੇ ਨੇ, ਪਰ ਕਮੇਟੀ ਤਾਂ ਹੋਂਦ ਚ ਹੈ ਨਾ। ਸਹੀ ਗੱਲ ਹੈ, ਬਿਲਕੁਲ ਸੰਸਥਾ ਤਾਂ ਹੋਂਦ ਚ ਹੈ ਨਾ। ਤੁਸੀਂ ਉਸ ਦੀ ਅਣਦੇਖੀ ਕਰਕੇ ਆਪੇ ਤੈਅ ਕਰ ਲੈ ਕੇ ਜੀ ਆਹ ਲਾਣੇਦਾਰ ਨੇ ਸਿੱਖੀ ਦੇ। ਹੁਣ ਸਹੀ ਹੈ, ਤੁਸੀਂ ਸਾਰੀਆਂ ਸਿੱਖ ਸੰਸਥਾਵਾਂ, ਸਾਰੀਆਂ ਸਿੱਖ ਸੰਪਰਦਾਵਾਂ ਨੂੰ ਸਾਂਝਾ ਰੂਪ ਦੇ ਵਿੱਚ ਖਰੜਾ ਸਾਹਮਣੇ ਰੱਖ ਕੇ ਕਿਉਂ ਨਹੀਂ ਦਿਖਾਇਆ? ਉਹ ਇੱਕ ਸਵਾਲ ਦੇ ਜਵਾਬ ਤੇ ਪ੍ਰਗਟ ਭਾਜੀ ਇਹ ਗੁਪਤ ਹੁੰਦਾ ਹੈ ਜੀ, ਕੈਬਨਿਟ ਦੀਆਂ ਕਾਰਵਾਈਆਂ, ਇਹ ਯੂਨੀਵਰਸਿਟੀਆਂ ਥੋੜਾ ਡਿਬੇਟ ਹੁੰਦੀ ਹੈ। ਮੁੱਖ ਮੰਤਰੀ ਸਾਹਿਬ, ਜੇ ਕੋਈ ਕਾਨੂੰਨ ਬਣਨਾ ਹੋਵੇ ਤਾਂ ਯੂਨੀਵਰਸਿਟੀਆਂ ਛੱਡੋ, ਪਿੰਡਾਂ ਦੀਆਂ ਸੱਥਾਂ 'ਚ ਚਰਚਾ ਹੁੰਦੀ ਹੈ। ਸਹੀ ਗੱਲ ਆ। ਲੋਕਾਂ ਲਈ ਜੇ ਤੁਸੀਂ ਕੁਝ ਕਰਨ ਜਾ ਰਹੇ ਹੋ, ਲੋਕਾਂ ਦੇ ਹਵਾਲੇ ਨਾਲ ਤੁਸੀਂ ਕੁਝ ਕਰਨ ਜਾ ਰਹੇ ਹੋ, ਹੈ ਨਾ, ਤੁਸੀਂ ਧਾਰਮਿਕ ਖੇਤਰ 'ਚ ਜਿਹ 'ਚ ਸਾਰਾ ਕੁਝ ਸਾਡਾ ਉਹਦੇ ਨਾਲ ਜੁੜਿਆ, ਉਸ 'ਚ ਕੁਝ ਕਰਨ ਜਾ ਰਹੇ ਹੋ, ਤੁਸੀਂ ਖਰੜਾ ਦਿਖਾਉਣਾ ਨਹੀਂ, ਉਹਦੇ ਤੇ ਚਰਚਾ ਨਹੀਂ ਕਰਾਉਣੀ ਜੀ। ਮੈਂ ਰਾਜਨੀਤਿਕ ਪਲੇਟਫਾਰਮਾਂ ਤੋਂ ਮੈਂ ਜਨਤਕ ਕਹਿਣਾ ਕਿ ਹਾਂ ਜੀ ਇਹਦੇ ਬਾਰੇ ਆਪਣੀ ਰਾਏ ਦਿਓ। ਕਾਹਦੇ ਬਾਰੇ ਤੁਸੀਂ ਦਿਖਾਇਆ ਕੀ ਹੈ ਜੀ ਲੋਕਾਂ ਨੂੰ? ਤੁਸੀਂ ਸੰਗਤ 'ਚ ਲੈ ਕੇ ਤਾਂ ਜਾਓ। ਮਤਲਬ ਤੁਸੀਂ ਜਿਨ੍ਹਾਂ ਬੇਅਦਬੀਆਂ ਦੇ ਮਾਮਲੇ 'ਚ ਇਨਸਾਫ ਦਿਵਾਉਣਾ ਸੀ, ਉਸ ਦੀ ਦੁਬਾਰਾ ਗੱਲ ਨਾ ਹੋਵੇ। ਤੁਸੀਂ ਜਿਹੜੇ ਲਾਪਤਾ ਸਰੂਪ ਲੱਭਣ ਦੇ ਦਮਗੇ ਮਾਰੇ ਸੀ ਸਟੇਜਾਂ ਤੋਂ ਖੜ ਕੇ, ਉਹਦੇ ਕੰਨੀ ਨੂੰ ਕੋਈ ਮੂੰਹ ਨਾ ਕਰੇ, ਉਹ ਸਾਰੇ ਮਾਮਲਿਆਂ ਤੇ ਮਿੱਟੀ ਪਾਉਣ ਲਈ ਇਹ ਕਾਨੂੰਨ ਬਣਾਇਆ ਜੀ ਜੀ, ਜਾਂ ਤੁਸੀਂ ਗਾਹਾਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨ ਬਣਾਇਆ, ਜਾਂ ਤੁਸੀਂ ਆਪਣੇ ਹੱਥ ਕੰਟਰੋਲ ਲੈਣ ਲਈ ਹੁਣ ਧਾਰਮਿਕ ਮਸਲੇ ਦਾ ਵੀ ਤਾਂ ਕਾਨੂੰਨ ਬਣਾਇਆ। 2016 ਦੇ ਵਿੱਚ ਜਦੋਂ ਬਣਿਆ ਤੇ ਉਹ ਪਾਸ ਨਹੀਂ ਹੋਇਆ। 2018 ਵਾਲਾ ਗਿਆ, ਉਹ ਆਇਆ ਨਹੀਂ ਮੁੜ ਕੇ ਰਾਸ਼ਟਰਪਤੀ ਕੋਲੋਂ। ਤੇ ਇਹ ਕਹਿੰਦੇ ਜੀ ਇਹ ਤਾਂ 2008 ਵਾਲਾ ਸਟੇਟ ਵਾਲਾ ਹੀ ਹੈ, ਰਾਜਪਾਲ ਤੋਂ ਹੀ ਮੋਹਰ ਲਾ ਕੇ ਮੁੜਿਆਊਗੀ ਜੀ। ਰਾਜਪਾਲ ਮੋਹਰ ਤਾਂ ਲਾਊਗਾ ਜੇ ਉਹਨੂੰ ਅਮਿਤ ਸ਼ਾਹ ਤੇ ਮੋਦੀ ਕਹਿਣਗੇ। ਤੇ ਜੇ ਤਾਂ ਥੋੜੀ ਸਾਠਗਾਂਠ ਹੋਊਗੀ ਭਾਈ, ਫਿਰ ਉਹਨੂੰ ਬਣ ਕੇ ਮਿਲ ਜੂਗਾ।
ਨਹੀਂ ਤਾਂ ਫਿਰ ਇਸ ਮਸਲੇ ਤੇ ਵੀ ਰਾਜਪਾਲ ਨੇ ਰਾਸ਼ਟਰਪਤੀ ਨੂੰ ਫਾਈਲ ਭੇਜ ਦੇਣੀ ਹੈ, ਤੁਸੀਂ ਜੋ ਮਰਜ਼ੀ ਕਰ ਲਓ, ਇਹ ਉਹਦਾ ਅਧਿਕਾਰ ਖੇਤਰ ਬਣ ਜਾਣਾ। ਜੀ ਜੀ ਸਹੀ ਹੈ। ਸੋ ਇਸ ਲਈ ਇਹ ਨਿਰੋਲ ਰਾਜਨੀਤੀ ਦੇ ਵਿੱਚ ਵੱਧ ਝਲਕਾਰਾ ਦੇ ਰਹੀ ਹੈ। ਸ਼ਰਧਾ, ਸਦਭਾਵਨਾ, ਇਨਸਾਫ, ਉਹਦਾ ਕਣ ਬਹੁਤ ਥੋੜਾ ਦਿਖ ਰਿਹਾ। ਬਿਲਕੁਲ। ਆਉਂਦੇ ਸਮੇਂ ਚ ਇਹਦੇ ਉੱਤੇ ਚਰਚਾ ਵੀ ਅਜੇ ਵੱਡੀ ਹੋਊਗੀ, ਔਰ ਮੈਨੂੰ ਲੱਗਦਾ ਸਾਨੂੰ ਫਿਕਰ ਇਸ ਗੱਲ ਦਾ ਕਿ ਕਿਤੇ ਇਹਦੇ ਨਾਲ ਸਿੱਖ ਭਾਈਚਾਰਾ 2 ਫੜ 3 ਫੜ ਨਾ ਹੋ ਕੇ ਖੜਾ ਹੋਵੇ। ਜੀ ਬਿਲਕੁਲ। ਜੇ ਤੁਸੀਂ ਗੱਲ ਕਰ ਰਹੇ ਸੀ ਨਾ ਸ਼ਰਮਾ ਜੀ ਕਿ ਮੁੱਖ ਮੰਤਰੀ ਸਾਹਿਬ ਪ੍ਰਭਾਵ ਤਾਂ ਇਹ ਸਿਰਜਣਾ ਚਾਹੁੰਦੇ ਵੀ ਅਸੀਂ ਸਾਰਿਆਂ ਤੋਂ ਪੁੱਛਿਆ, ਪਰ ਪੁੱਛਿਆ ਅਸਲ ਦੇ ਵਿੱਚ ਕਿਸੇ ਨੂੰ ਵੀ ਨਹੀਂ। ਚੀਜ਼ਾਂ ਜਦੋਂ ਅਸੀਂ ਮਾਇਨੇ ਬਦਲਣ ਲੱਗ ਪੈਂਦੇ ਨਾ ਚੀਜ਼ਾਂ ਦੇ, ਜਦੋਂ ਅਸੀਂ ਅਰਥ ਬਦਲਣ ਲੱਗ ਪੈਂਦੇ ਆ, ਫਿਰ ਉਹ ਸਿਆਸਤ ਤਾਂ ਹੁੰਦੀ ਹੈ, ਪਰ ਉਹ ਜਿਹੜੀਆਂ ਕੰਸਟੀਟਿਊਸ਼ਨਲੀ ਸਾਡੀਆਂ ਵੈਲਿਊਜ਼ ਹੁੰਦੀਆਂ ਸੀ ਉਹਨਾਂ ਨੂੰ ਢਾਹ ਵੀ ਲਾ ਰਹੇ ਹੁੰਦੇ ਆ। ਇਕੱਲੀ ਹੋਛੀ ਸਿਆਸਤ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਨੂੰ ਜਿਹੜੀਆਂ ਸਰਕਾਰਾਂ ਦੀਆਂ ਪਿਰਤਾਂ ਨੂੰ ਜਨਮ ਵੀ ਦੇ ਰਹੇ ਨੇ। ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ, ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦੀ ਅੱਜ 13 ਅਪ੍ਰੈਲ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ। ਅਮਰੀਕਾ ਦੇ ਵਿੱਚ, ਇੰਡੀਆ ਦੇ ਵਿੱਚ 14 ਹੋ ਚੁੱਕੀ ਹੈ। ਤਕਰੀਬਨ ਵਿਸਾਖੀ ਵਾਲੇ ਦਿਨ ਤੋਂ ਕਣਕਾਂ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਮੰਡੀਆਂ ਦੇ ਵਿੱਚ। ਕਈ ਵਾਰੀ ਪਹਿਲਾਂ ਵੀ ਕਰਨੀ ਪੈਂਦੀ ਹੈ, ਸੀਜ਼ਨ ਦੇ ਉੱਤੇ ਆਧਾਰਿਤ ਹੁੰਦੀਆਂ ਸਾਰਿਆਂ ਕੁਛ। ਪਰ ਅੱਜ ਇੱਕ ਪਾਸੇ ਵਿਸਾਖੀ ਹੈ ਤੇ ਦੂਜੇ ਪਾਸੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਬੰਦ ਹੈ ਜੀ। ਪ੍ਰਵੀਨ ਜੀ, ਵਿਸਾਖੀ ਦਾ ਤਿਉਹਾਰ ਪੰਜਾਬ ਦੀ ਸੱਭਿਅਤਾ ਨਾਲ, ਪੰਜਾਬ ਦੇ ਵਿਰਸੇ ਨਾਲ, ਪੰਜਾਬ ਦੇ ਧਾਰਮਿਕ ਅਕੀਦੇ ਨਾਲ ਬਹੁਤ ਕੌਮ ਤੋਂ ਜੁੜਿਆ ਹੈ। ਸਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੋਈ ਦੇ ਉੱਤੇ ਵਿਸਾਖੀ ਵਾਲੇ ਦਿਨੇ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਤੇ ਇਸ ਲਈ ਇਸ ਦਿਨ ਦੀ ਮਹੱਤਤਾ ਪੰਜਾਬ ਦੀ ਇਸ ਧਰਤੀ ਤੇ ਬਹੁਤ ਵੱਡੀ ਹੋ ਜਾਂਦੀ ਹੈ। ਜੀ ਸਹੀ। ਜਲਿਆਂਵਾਲਾ ਬਾਗ ਦਾ ਕਾਂਡ ਇਸੇ ਦਿਨ ਨਾਲ ਜੁੜਿਆ ਹੈ। ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਖੇਤੀ ਵਾਲੇ ਮਾਮਲੇ 'ਚ ਖਾਸ ਕਰ ਕਣਕ ਦੀ ਵਾਢੀ ਨਾਲ ਵਿਸਾਖੀ ਦੀ ਤਿਉਹਾਰ ਦੀ ਖੁਸ਼ੀ ਦੇ ਪਲ ਦੇ ਹਵਾਲੇ ਨਾਲ ਜੁੜਿਆ ਕਿ ਇਸ ਦਿਨ ਠੀਕ ਹੈ ਜੀ, ਉਹ ਧਨੀ ਰਾਮ ਚਾਤਰ ਖੋਰਾਂ ਦੀਆਂ ਲਾਈਨਾਂ ਮਾਰਦਾ ਦਵਾਮੇ ਜੱਟ ਮੇਲੇ ਆ ਗਿਆ, ਪੜ੍ਹਦੇ ਆਏ ਆ ਸ਼ਾਹਾਂ ਦਾ ਹਿਸਾਬ ਕਿਤਾਬ ਕਰਕੇ, ਹਨਾ, ਸਾਰਾ ਕੁਛ। ਉਹ ਜਿਹੜਾ ਪਹਿਲੂ ਹੈ ਉਹ ਦਰਸਾਉਂਦਾ ਹੈ ਕਿ ਇਸ ਦਿਨ ਮਤਲਬ ਕਿ ਇੱਕ ਤਰ੍ਹਾਂ ਨਾਲ 6 ਮਹੀਨੇ ਦੀ ਫਸਲ ਦਾ, ਮਿਹਨਤ ਦਾ ਮੁੱਲ ਪੈਂਦਾ। ਹਾਂ, ਮਤਲਬ ਅਸੀਂ ਤਰੀਕਾਕਾਰ ਬਦਲ ਲਏ, ਹਨਾ, ਕਿਸਮਾਂ ਬਦਲ ਲਈਆਂ, ਤੇ ਉਸ ਹਿਸਾਬ ਨਾਲ ਹੁਣ ਇਹ ਨੀਗਾ ਕਿ ਦਾਤੀ ਵਿਸਾਖੀ ਵਾਲੇ ਦਿਨ ਲੱਗਣੀਆਂ, ਪਹਿਲਾਂ ਵਾਢੀ ਸ਼ੁਰੂ ਹੋ ਜਾਂਦੀ ਆ, ਹਨਾ, ਉਹ ਮੰਡੀਆਂ 'ਚ ਆ ਜਾਂਦੀ ਹੈ। ਤੇ ਸਰਕਾਰੀ ਤੌਰ ਦੇ ਉੱਤੇ 1 ਅਪ੍ਰੈਲ ਤੋਂ ਮੰਡੀਆਂ 'ਚ ਖਰੀਦ ਸ਼ੁਰੂ ਆ, ਤੇ ਜਦੋਂ ਮੰਡੀਆਂ 'ਚ ਖਰੀਦ ਸ਼ੁਰੂ ਹੋਈ ਤਾਂ ਆੜ੍ਹਤੀਆਂ ਨੇ ਹੜਤਾਲ ਕਰਤੀ ਜੀ ਕਿ ਬਈ ਸਾਡਾ ਤਾਂ ਜਿਹੜਾ ਉਹ ਪਰਮਾਨੈਂਟ ਸਿਸਟਮ ਸੀ ਕਿ ਉਹ ਵਾਧਾ ਘਟਦਾ ਸੀਗਾ, ਉਹ ਤੁਸੀਂ ਪਰਸੈਂਟੇਜ ਖਤਮ ਕਰਕੇ ਉੱਕਾ ਪੁੱਕਾ ਕੁਆਂਟਲ ਦੇ ਹਿਸਾਬ ਨਾਲ ਕਰਤਾ, ਉਹ ਸਾਨੂੰ 12 ਨਹੀਂ ਖਾਂਦਾ, ਤਾਂ ਘਾਟਾ ਪਈ ਜਾਂਦਾ ਜੀ, ਉਹ ਆ ਕਿ ਅਸੀਂ ਨਹੀਂ ਸਮਝਦਾ, ਪੁਰਾਣਾ ਸਿਸਟਮ ਬਹਾਲ ਕਰੋ। ਸਹੀ ਹੈ। ਉਹਨਾਂ ਨੇ ਜਦੋਂ ਹੜਤਾਲ ਕਰਤੀ ਤੇ ਉਹਦੇ ਪੈਰਲਰ ਇੱਧਰ ਮੀਂਹ ਪੈਣ ਲੱਗ ਗਿਆ, ਗੜੇਮਾਰੀ ਹੋ ਗਈ, ਹਨੇਰੀ ਝੱਖੜ ਚੱਲ ਪਿਆ। ਠੀਕ ਹੈ ਕਿ 1 ਤਰੀਕ ਤੋਂ ਜੇ ਮੰਡੀ 'ਚ ਖਰੀਦ ਸ਼ੁਰੂ, ਤਾਂ ਇਹ ਨਹੀਂਗਾ ਕਿ 1 ਤਰੀਕ ਤੋਂ ਢੇਰ ਲੱਗ ਜਾਣੇ ਆ। ਸਹੀ ਹੈ। 7-8 ਤਰੀਕ ਤੋਂ ਬਾਅਦ ਰਫ਼ਤਾਰ ਫੜਨੀ ਸ਼ੁਰੂ ਹੋਈ ਪੰਜਾਬ ਦੇ ਵਿੱਚ ਕਣਕ ਦੀ ਆਮਦ ਦੀ। ਪਰ ਉਸ ਦਿਨਾਂ ਦੇ ਦਰਮਿਆਨ ਹੀ ਮੀਂਹ, ਹਨੇਰੀ ਝੱਖੜ ਨੇ ਜਦੋਂ ਮਾਰ ਕੀਤੀ ਤਾਂ ਮਤਲਬ 1 ਲੱਖ ਏਕੜ ਤੋਂ ਵੱਧ ਕਣਕ ਸਾਡੀ ਤਬਾਹ ਹੋ ਗਈ, ਲਗਭਗ 1.5 ਲੱਖ ਏਕੜ ਤੱਕ ਨੁਕਸਾਨਿਆ ਹੋ ਗਿਆ। ਹੁਣ ਮੁੱਖ ਮੰਤਰੀ ਸਾਹਿਬ ਕੋਲ ਆੜ੍ਹਤੀ ਜਾਂਦੇ ਨੇ, ਕਹਿੰਦੇ ਨਾ ਇਹ ਤਾਂ ਥੋੜਾ ਕੇਂਦਰ ਦਾ ਮਾਮਲਾ, ਜਾਓ ਉੱਧਰ ਦਿੱਲੀ ਜਾ ਕੇ। ਕਹਿੰਦੇ ਮੈਂ ਕਹਿਤਾ ਉਹਨਾਂ ਨੂੰ ਟੀਮਾਂ ਭੇਜੋ, ਗਰਦੌਰੀ ਦਾ ਐਲਾਨ ਕੀਤੇ ਹੋਏ ਨੇ ਮੈਂ ਤਾਂ, ਆਪਾਂ ਜਲਦੀ ਜਲਦੀ ਸੈਟਲਾਈਟ ਰਾਹੀਂ ਨਹੀਂ ਦਿਖਦਾ ਤੁਹਾਨੂੰ। ਕੇਂਦਰ ਨੇ ਵੀ ਰਾਜਸਥਾਨ ਦੇ ਪੈਸੇ ਤਾਂ ਜਦੇ ਪਾਤੇ, ਉੱਥੇ ਤਾਂ ਭੇਜੀ ਨਹੀਂ ਟੀਮ ਕੋਈ। ਸਹੀ ਗੱਲ ਹੈ, ਬਿਲਕੁਲ। ਇੱਧਰ ਦੀ ਵਾਰ ਨੂੰ ਟੀਮਾਂ ਨੇ, ਹੈ ਨਾ, ਇਹਦਾ ਤਾਂ ਵਿਤਕਰਾ ਸਾਰੇ ਪਾਸਿਓਂ, ਸਾਰੇ ਪਾਸਿਓਂ। ਸਹੀ ਗੱਲ ਹੈ। ਪਰ ਆੜ੍ਹਤੀਆਂ ਨੂੰ ਲੱਗਿਆ ਕਿ ਬਈ ਇਹ ਤਾਂ ਕਿਸਾਨ ਦੇ ਉੱਤੇ ਮਾਰ ਪੈ ਜਾਣੀ ਆ, ਕਿ ਐਵੇਂ ਮੰਡੀਆਂ 'ਚ ਰੁਲ ਜੂਗਾ, ਪਹਿਲਾਂ ਹੀ ਮੌਸਮ ਦੀ ਮਾਰ ਪੈ ਗਈ, ਅਸੀਂ ਖਰੀਦ ਸ਼ੁਰੂ ਕਰ ਲੈਂਦੇ ਹਾਂ। ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਅਸੀਂ ਆਪਣੀ ਲੜਾਈ ਫੇਰ ਲੜ ਲਾਂਗੇ, ਠੀਕ ਹੈ, ਅਸੀਂ ਆਪਣੀ ਹੜਤਾਲ ਵਾਪਸ ਲੈਂਦੇ ਹਾਂ। ਆੜ੍ਹਤੀਆਂ ਨੇ ਹੜਤਾਲ ਵਾਪਸ ਲੈ ਲਈ। ਇਹ ਤੋਂ ਪਹਿਲਾਂ ਕਿ ਮੰਡੀਆਂ 'ਚ ਰੂਟੀਨ 'ਚ ਪੂਰੀ ਤਰ੍ਹਾਂ ਖਰੀਦ ਰੈਲੀ ਹੁੰਦੀ, ਜਿਹੜੀਆਂ ਏਜੰਸੀਆਂ ਸੀ ਉਹ ਕਹਿੰਦੀਆਂ ਅਸੀਂ ਨਹੀਂ ਖਰੀਦ ਕਰਦੀਆਂ। ਕੇਂਦਰੀ ਏਜੰਸੀਆਂ ਜਿਹੜੀਆਂ ਅਧਿਕਾਰਤ ਖਰੀਦ ਲਈ ਏਜੰਸੀਆਂ ਤੈਅ ਵੀ ਨੇ, ਉਹਨਾਂ ਸਾਰੀਆਂ ਨੇ ਇਹ ਕਹਿ ਕੇ ਵੀ ਸਾਡੇ ਕੋਲ ਜਿਹੜੇ ਨਾਰਮ ਨੇ ਉਹਦੇ ਹਿਸਾਬ ਨਾਲ ਤਾਂ ਦਾਣਾ ਮੌਜੂ ਵੀ ਆ, ਦਾਣਾ ਸੁੰਗੜਿਆ ਹੋਇਆ ਵੀ ਹੈ, ਤੇ ਦਾਣੇ 'ਚ ਨਮੀ ਵੀ ਵੱਧ ਹੈ। ਠੀਕ ਹੈ। ਕਿਉਂਕਿ ਪਹਿਲਾਂ ਬੇਮੌਸਮੀ ਗਰਮੀ ਇੰਨੀ ਪੈ ਗਈ ਸੀ, ਅਚਾਨਕ ਠੰਡ ਤੋਂ ਇੱਕਦਮ ਉਹਦਾ ਕਣਕ ਦੇ ਦਾਣੇ ਤੇ ਬੱਲੀ ਤੇ ਅਸਰ ਪੈ ਗਿਆ, ਤੇ ਫੇਰ ਉਹ ਤੋਂ ਬਾਅਦ ਆ ਮੀਂਹ, ਹਨੇਰੀ ਝੱਖੜ ਨੇ
ਉਹਨੇ ਸਿੱਲ ਵਧਾਤੀ ਤੇ ਨਵੀਂ ਵੱਧ ਗਈ। ਹੁਣ ਉਹ ਜਿਹੜਾ ਉਹ ਕਾਗਜ਼ ਚੱਕੀ ਫਿਰਦੇ ਨੇ ਉਹਦੇ ਹਿਸਾਬ ਨਾਲ ਕਹਿੰਦੇ ਜੀ ਸਾਡਾ ਤਾਂ ਨਿਯਮ ਨਹੀਂ ਬਣਦਾ, ਅਸੀਂ ਖਰੀਦ ਨਹੀਂ ਸਕਦੇ ਜੀ। ਹੁਣ ਮੰਡੀਆਂ 'ਚ ਲੱਗ ਰਿਹਾ ਢੇਰ ਤੇ ਕੇਂਦਰੀ ਏਜੰਸੀਆਂ ਖਰੀਦ ਤੋਂ ਭੱਜ ਗਈਆਂ ਤੇ ਸਾਡੀ ਸਰਕਾਰ ਨੂੰ ਟਾਈਮ ਕਿੱਥੇ ਆ ਜੀ ਮਤਲਬ ਇਹੋ ਜਿਹੇ ਮਸਲੇ ਤੇ ਗੰਭੀਰ ਮੰਥਨ ਦੇ ਲਈ ਕਿਸੇ ਦਾ ਬੂਹਾ ਖੜਕਾਉਣਾ, ਕਿਸੇ ਨਾਲ ਗੱਲ ਕਰਨਾ, ਰਾਬਤਾ ਕਰਨਾ। ਹੁਣ ਕਹਿੰਦੇ ਜੀ ਨਵੇਂ ਨੋਰਮ ਜਦੋਂ ਆ ਜਾਣਗੇ ਫਿਰ ਅਸੀਂ ਖਰੀਦ ਸ਼ੁਰੂ ਕਰਨਾ ਹੈ। ਹੁਣ ਜੇ ਆੜ੍ਹਤੀਆ ਹੜਤਾਲ ਕਰਦਾ ਹੈ, ਜੇ ਮੌਸਮ ਖਰਾਬ ਕਰਦਾ ਹੈ, ਜੇ ਖਰੀਦ ਏਜੰਸੀਆਂ ਆਪਣਾ ਕਾਗਜ਼ ਪੱਤਰ ਚੱਕ ਕੇ ਤੁਰ ਜਾਂਦੀਆਂ, ਕੁਛ ਵੀ ਹੋਵੇ, ਨੁਕਸਾਨਿਆ ਕਿਹਨੇ ਜਾਣਾ, ਮਾਰਿਆ ਕਿਹਨੇ ਜਾਣਾ? ਕਿਸਾਨ ਨੇ। ਕਿਸਾਨ ਨੇ। ਤੇ ਜੇ ਕਿਸਾਨ ਦੀ ਬੁੱਝ 'ਚ ਪੈਸੇ ਨਹੀਂ ਆਉਣੇ ਜੀ ਤਾਂ ਪਿੰਡ ਦਾ ਅਰਥਚਾਰਾ ਰੁਕ ਜਾਣਾ। ਉਹਦਾ ਅਸਰ ਮਜ਼ਦੂਰ ਦੇ ਚੁੱਲ੍ਹੇ ਤੋਂ ਲੈ ਕੇ ਦੁਕਾਨਦਾਰ ਦੇ ਫਰਿੱਜ ਤੱਕ ਜਾਣਾ, ਜਿਹੜਾ ਪਿੰਡ ਦਾ ਛੋਟਾ ਬੰਦਾ। ਸਮੁੱਚਾ ਅਰਥਚਾਰਾ। ਤੇ ਜੇ ਪਿੰਡ ਦਾ ਅਰਥਚਾਰਾ ਨਹੀਂ ਰੈਲਾ ਹੋ ਰਿਹਾ ਤਾਂ ਫਿਰ ਪੰਜਾਬ ਦੇ ਅਰਥਚਾਰੇ ਤੇ ਸ਼ਹਿਰੀ ਅਰਥਚਾਰੇ ਤੇ ਵੀ ਅਸਰ ਪੈਣਾ ਹੀ ਪੈਣਾ। ਸਹੀ ਗੱਲ। ਛਮਾਹੀ ਪੰਜਾਬ ਦੀ ਅਰਥਚਾਰੇ 'ਚ ਜੋ ਉਛਾਲ ਆਉਂਦਾ ਹੈ, ਬਾਜ਼ਾਰਾਂ ਦੇ ਵਿੱਚ ਜੋ ਖਰੀਦ ਦਾ ਪੱਧਰ ਇੱਕਦਮ 6 ਮਹੀਨਿਆਂ ਬਾਅਦ ਚੱਕ ਹੁੰਦਾ ਹੈ, ਉਦਣ ਹੀ ਆਉਂਦਾ ਜਦੋਂ ਕਿਸਾਨ ਦੀ ਜੇਬ 'ਚ ਪੈਸਾ ਆਉਂਦਾ। ਸਹੀ। ਇਸ ਚੀਜ਼ ਨੂੰ ਵੀ ਧਿਆਨ 'ਚ ਰੱਖ ਕੇ ਸਰਕਾਰ ਦਾ ਕੁਛ ਨਹੀਂ। ਸੋ ਸਰਕਾਰ ਦੀ ਕੋਈ ਧਿਆਨ ਨਹੀਂ ਗਾ। ਉਮੀਦ ਕਰਦੇ ਹਾਂ ਕਿ ਅੱਜ ਕੱਲ੍ਹ 'ਚ ਜੇ ਸਾਹ ਮਿਲ ਜਾਵੇ, ਕਿਉਂਕਿ ਕੱਲ ਉਧਰ ਸੈਸ਼ਨ ਸੀ ਵਿਸ਼ੇਸ਼, ਫਿਰ ਆ ਬੀਬੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਾਉਣੀ ਹੈ 1000 ਰੁਪਏ ਵਾਲੀ, ਠੀਕ ਹੈ ਨਾ। ਜਦੋਂ ਤੁਹਾਡਾ ਕੇਂਦਰ ਸਿਰਫ ਤੇ ਸਿਰਫ ਵੋਟ ਹੋਵੇ ਫਿਰ ਸਾਹਮਣੇ ਖੜਾ ਮਸਲਾ ਤੁਹਾਨੂੰ ਦਿਖਣੋਂ ਹਟ ਜਾਂਦਾ। ਇਹ ਫਿਕਰ ਹੈ। ਉਮੀਦ ਕਰਦੇ ਹਾਂ ਤਾਂ ਵੀ ਇਸ ਮਸਲੇ ਨੂੰ ਨਿਬੇੜਦਿਆਂ ਹੋਇਆ ਖਰੀਦ ਸ਼ੁਰੂ ਕਰਾਈ ਜਾਵੇ। ਜੀ ਬਿਲਕੁਲ। ਤੇ ਸਰਕਾਰ ਨੇ ਕਹਿੰਦੇ ਜੰਮੂ ਕਸ਼ਮੀਰ ਤੋਂ 973 ਕਰੋੜ ਮੰਗ ਲਿਆ ਜੀ। ਚੰਗੀ ਗੱਲ ਹੈ ਜੀ ਜੇ ਸਰਕਾਰ ਨੂੰ ਕੁਝ ਯਾਦ ਤਾਂ ਆਉਂਦਾ ਹੈ, ਪਰ ਯਾਦ ਬਹੁਤ ਦੇਰ ਨਾਲ ਆਉਂਦਾ। ਯਾਦਦਾਸ਼ਤ ਕਮਜ਼ੋਰ ਬਹੁਤ ਹੈ ਜੀ। ਮੁੱਖ ਮੰਤਰੀ ਸਾਹਿਬ ਨੰਗਲ ਗਏ ਤੇ ਲਓ ਜੀ ਮੈਂ ਪਾਣੀਆਂ ਦੀ ਇੱਕ ਬੂੰਦ ਨਹੀਂ ਜਾਣ ਦੇਣੀ ਵਾਧੂ ਜੀ। ਆਪਾਂ ਆ ਡੈਮਾਂ ਦਾ ਕੰਟਰੋਲ ਨਹੀਂ ਕੇਂਦਰ ਕੋਲ ਹੋਣ ਦੇਣਾ। ਆਪਾਂ ਸੁਰੱਖਿਆ ਦਾ ਕੰਟਰੋਲ ਵੀ ਆਪਣੇ ਕੋਲ ਰੱਖਣਾ ਜੀ। ਬੈਨਰ ਲੱਗ ਗਏ, ਬੋਰਡ ਲੱਗ ਗਏ, ਇਸ਼ਤਿਹਾਰ ਲੱਗ ਗਏ, ਸੋਸ਼ਲ ਮੀਡੀਆ ਤੇ ਪਾਣੀਆਂ ਦੇ ਰਾਖੇ ਬਣ ਗਏ। ਪਾਣੀ ਜਾ ਵੀ ਉਵੇਂ ਹੀ ਰਿਹਾ। ਰਾਜਸਥਾਨ ਦੀਆਂ ਚੋਣਾਂ ਸਮੇਂ ਤਾਂ ਵੱਧ ਵੀ ਖਾਸਾ ਆਪ ਵੀ ਭੇਜਿਆ ਸੀ ਤੇ ਅਗਲੇ ਡੈਮਾਂ ਦੇ ਪਾਣੀਆਂ ਦਾ ਕੰਟਰੋਲ ਵੀ ਆਪਣਾ ਕਰੀ ਬੈਠੇ ਨੇ। ਤੁਹਾਡਾ ਮੈਂਬਰ ਵੀ ਨਹੀਂ ਚੱਜ ਨਾਲ ਕੋਈ ਲਾਉਂਦੇ ਤੇ ਅਗਲਿਆਂ ਨੇ ਸੁਰੱਖਿਆ ਦਾ ਕੰਟਰੋਲ ਵੀ ਆਪਣਾ ਲੈਣਾ। ਆਪਣੀਆਂ ਏਜੰਸੀਆਂ ਭੇਜਤੀਆਂ। ਕੀ ਕੀਤਾ ਤੁਸੀਂ ਗੇੜੇ ਮਾਰ ਕੇ? ਸਹੀ ਗੱਲ। SYL ਦਾ 22SL ਬਣਾ ਦੂੰ ਮੈਂ ਤਾਂ। ਆਪਾਂ ਤਾਂ ਹਰਿਆਣੇ ਨਾਲ ਹਿਸਾਬ ਕਿਤਾਬ ਕਰ ਲੈਣਾ। ਕੀ ਨਿਬੜ ਗਿਆ ਜੀ ਦੱਸ ਦਿਓ ਮੈਨੂੰ। ਤੁਸੀਂ ਮੀਟਿੰਗਾਂ ਕਰ ਲਈਆਂ, ਪਹਿਲਿਆਂ ਨੂੰ ਭੰਨਦੇ ਸੀ, ਤੁਸੀਂ ਵੀ 4 ਸਾਲਾਂ 'ਚ ਕੀ ਲਾ ਲੇ ਦੱਸੋ। ਸਹੀ ਗੱਲ। ਬਿਲਕੁਲ। ਰਾਜਸਥਾਨ ਨੂੰ ਚਿੱਠੀ ਭੇਜਤੀ ਜੀ ਮੈਂ ਜੀ। ਪਾਣੀਆਂ ਦਾ ਬਕਾਇਆ ਖੜਾ ਜੀ। ਅੰਗਰੇਜ਼ਾਂ ਦੇ ਟਾਈਮ ਤੋਂ ਬਾਅਦ ਹੋਇਆ ਨਹੀਂ ਜੀ ਕੁਛ। ਹਿਸਾਬ ਕਿਤਾਬ ਸਹੀ ਕਰਾਉਂਦੇ ਨੇ। ਖਾਤਾ ਖੁੱਤੇ ਦਾ ਜੋੜ ਘਟਾ, ਵਿਆਜ ਬੂਜ ਲਾਉਣ 'ਚ ਮਾਹਰ ਨੇ। ਮਾਸਟਰ ਜੀ ਦੇ ਮੁੰਡੇ ਨੇ, ਇੰਨਾ ਕੁ ਤਾਂ ਹਿਸਾਬ ਕਿਤਾਬ ਆਉਂਦਾ ਹੀ ਹੋਊਗਾ। ਤੇ ਚਲੋ ਰਾਜਸਥਾਨ ਨੂੰ ਚਿੱਠੀ ਭੇਜਤੀ ਜੀ। ਹੁਣ ਕਹਿੰਦੇ ਵੀ ਜੰਮੂ ਕਸ਼ਮੀਰ ਵਾਲੇ ਪਾਸੇ ਸਾਡੇ ਡੈਮਾਂ ਦੇ ਰੱਖ ਰਖਾਵ ਦਾ, ਕਿਉਂਕਿ ਜਿਹੜਾ ਤੈਅ ਕੰਟਰੈਕਟ ਆ ਵੀ ਜਿਹੜੇ ਉੱਪਰੋਂ ਜੰਮੂ ਕਸ਼ਮੀਰ ਵਾਲੇ ਪਾਸੇ ਜਿੱਥੋਂ ਪਾਣੀ ਆ ਕੇ ਡੈਮ ਬਣੇ ਨੇ, ਉਹਨਾਂ ਡੈਮਾਂ ਦੇ ਆਧਾਰ ਦੇ ਉੱਤੇ ਉਹ ਡੈਮਾਂ ਦੇ ਵਿੱਚੋਂ ਬਿਜਲੀ ਦੀ ਵੰਡ ਦੇ ਹਿਸਾਬ ਨਾਲ ਜੇ ਉਹ ਚੀਜ਼ਾਂ ਦੀ ਵਰਤੋਂ ਦੀ ਸਾਂਝ ਹੈ ਤਾਂ ਫਿਰ ਉਹਦੇ ਰੱਖ ਰਖਾਵ ਦੀ, ਉਹਦੇ ਕੰਟਰੋਲ ਦੀ, ਉਹਦੀ ਸੁਰੱਖਿਆ ਦੀ, ਉਹ ਵੀ ਖਰਚੇ ਦੀ ਵੀ ਸਾਂਝ। ਸਹੀ ਬਿਲਕੁਲ। ਉਹ ਸਾਂਝ ਦੇ ਹਿਸਾਬ ਨਾਲ ਚਿਰਾਂ ਤੋਂ ਜਦੋਂ ਮਤਲਬ ਕਿ ਜੰਮੂ ਕਸ਼ਮੀਰ ਨੇ ਆਪਣੇ ਹਿੱਸੇ ਦਾ ਰੁਪਈਆ ਦਿੱਤਾ, ਉਹ ਰੁਪਈਆ ਪਲੱਸ ਉਹਦੇ ਤੇ ਲੱਗਦਾ ਵਿਆਜ, ਫਿਰ ਵਿਆਜ ਤੇ ਲੱਗਦਾ ਵਿਆਜ, ਉਹ ਬਣ ਕੇ 973 ਕਰੋੜ ਕਹਿੰਦੇ ਹੁਣ ਤੱਕ ਦਾ ਬਕਾਇਆ ਖੜਾ। ਇਹ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਡੀ ਦੇ ਹਵਾਲੇ ਨਾਲ ਠੀਕ ਹੈ ਭੇਜਤੀ ਚਿੱਠੀ ਜੀ। 2 ਦਿਨ ਸੋਸ਼ਲ ਮੀਡੀਆ ਤੇ ਚੱਲੂਗਾ ਗੀਤ ਗਾਣਾ ਇਹ ਖੂਬ ਕਿ ਲਓ ਜੀ ਮੁੱਖ ਮੰਤਰੀ ਹੋ ਗਏ ਸਿੱਧੇ। ਮੈਨੂੰ ਦੱਸੋ ਨਾ ਕਿ ਨੰਗਲ ਡੈਮ ਵਾਲੇ ਪਾਣੀ ਦਾ ਕੀ ਬਣਾਇਆ। ਮੈਨੂੰ ਦੱਸੋ ਨਾ ਕਿ ਉੱਥੇ ਦੀ ਸੁਰੱਖਿਆ ਦੇ ਕੰਟਰੋਲ ਦਾ ਕੀ ਬਣਿਆ। ਮੈਨੂੰ ਦੱਸੋ ਨਾ ਕਿ ਹਰਿਆਣੇ ਨਾਲ ਕਿਵੇਂ ਨਿਬੜ ਗਿਆ SYL ਵਾਲਾ ਮਸਲਾ ਤੁਹਾਡਾ। ਦੱਸ ਦਿਓ ਨਾ ਕਿ ਰਾਜਸਥਾਨ ਤੋਂ ਕਿੰਨੇ ਪੈਸੇ ਆ ਗਏ। ਜਿਹੇ ਜਿਹੇ ਉਹ ਹੋ ਗਏ ਉਹ ਜਿਹੇ ਹੋ ਜਾਣ। ਸਹੀ ਹੈ। ਜੇ ਇਹੀ ਕਵਾਇਦ 2022 ਚ ਸ਼ੁਰੂ ਕੀਤੀ ਹੁੰਦੀ, ਇੱਕ ਚਿੱਠੀ ਗਈ ਹੁੰਦੀ, ਫਿਰ ਦੂਈ ਪਾਈ ਹੁੰਦੀ, ਫਿਰ 30 ਪਾਈ ਹੁੰਦੀ, ਫਿਰ ਮੀਡੀਆ ਚ ਆਏ ਹੁੰਦੇ, ਫਿਰ ਕੋਈ ਵਕਤ ਭੇਜਿਆ ਹੁੰਦਾ, ਕੋਈ ਮੀਟਿੰਗ ਕੀਤੀ ਹੁੰਦੀ, ਕੋਈ ਧਰਨਾ ਲਾਇਆ ਹੁੰਦਾ, ਕੋਈ ਰੌਲਾ ਪਾਇਆ ਹੁੰਦਾ, ਕੋਈ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਕੇ ਸਰਬਦਲ ਨਾਲ ਕੋਈ ਬੈਠਕ ਕਰਕੇ ਕੋਈ ਇਸੇ ਮਸਲੇ ਤੇ ਸੈਸ਼ਨ ਬੁਲਾਇਆ ਹੁੰਦਾ। 4 ਸਾਲ ਸੀ ਜਨਾਬ, 5 ਸਾਲ ਪੂਰੇ ਨੇ ਤੁਹਾਡੇ ਕੋਲ। ਇਹ ਚੋਣ ਬਾਰੇ ਚ ਆ ਕੇ ਚੇਤੇ ਆਉਂਦੀਆਂ ਨੇ ਚੀਜ਼ਾਂ। ਇਹ ਚੋਣ ਸਟੰਟ ਕਹਿੰਦੇ ਆ ਇਹਨੂੰ। ਬਿਲਕੁਲ ਜੀ। ਇਹ ਪੰਜਾਬ ਦਾ ਫਿਕਰ ਨਹੀਂ।
ਇਹ ਨਰੇਟਿਵ ਸਿਰਜ ਕੇ, ਕਿਉਂਕਿ ਨਰੇਟਿਵ ਸਿਰਜਣ ਚ ਇਹਨਾਂ ਦਾ ਕੋਈ ਸਾਨੀ ਨਹੀਂ। ਸਹੀ ਗੱਲ ਹੈ, ਬਿਲਕੁਲ। ਇੱਕ ਤਾਂ ਮਤਲਬ ਅਸੀਂ ਗੱਡੇ ਨੂੰ ਬੰਨਿਆ ਉਹ ਜਿਹਾ ਬੰਦਾ ਕਿ ਉਹ ਅਰਥ ਦੇ ਅਨਰਥ ਕਰੀ ਜਾਵੇ ਚਾਹੇ, ਪਰ ਲੋਕਾਂ ਨੂੰ ਲੱਗਦਾ ਕਿ ਵਧੀਆ ਐਂਟਰਟੇਨਮੈਂਟ ਮੁਫਤ ਚ ਹੋ ਰਿਹਾ, ਨਹੀਂ ਪੈਸੇ ਦੇ ਕੇ ਸੁਣਦੇ ਸੀ ਇਹਨੂੰ, ਹੈਨਾ। ਤੇ ਉਹਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਸਿਰ ਗਲੀਆਂ ਕਿੰਨੀਆਂ ਹੋ ਰਹੀਆਂ। ਸਹੀ ਹੈ, ਬਿਲਕੁਲ। ਬਹੁਤ ਆਉਣ ਵਾਲਾ ਸਮਾਂ, ਸਾਡੀਆਂ ਪੀੜ੍ਹੀਆਂ ਜਦੋਂ ਇਤਿਹਾਸ ਫਰੋਲਣਗੀਆਂ ਤਾਂ ਸਭ ਤੋਂ ਵੱਧ ਨਲਾਇਕ ਸਾਡੀ ਪੀੜ੍ਹੀ ਨੂੰ ਸਾਬਤ ਕਰਨੀ ਹੈ ਕਿ ਇਸ ਸਮੇਂ ਸਾਡੇ ਜਿਹੜੇ ਰਹਿਬਰ ਸੀ ਪੰਜਾਬ ਦੇ, ਉਹਨਾਂ ਨੇ ਕਿਹੇ ਜਿਹੇ ਚੁਣ ਕੇ ਭੇਜੇ ਜਿਨ੍ਹਾਂ ਨੇ ਪੰਜਾਬ ਦੇ ਸਿਰ 'ਚ ਇੰਨੀਆਂ ਗਲੀਆਂ ਕਰਤੀਆਂ ਕਿ ਛਾਲਣੀ ਬਣ ਗਈ। ਹੁਣ ਇਹ 'ਚ ਪਾਣੀ ਰੁਕਣਾ ਹੈ ਕਿ ਨਹੀਂ ਰੁਕਣਾ, ਪੰਜਾਬ ਬਚਣਾ ਕਿ ਨਹੀਂ ਬਚਣਾ, ਇਸ ਸਵਾਲ ਦੇ ਉੱਤੇ ਮੰਥਨ ਦੀ ਲੋੜ ਹੈ। ਜੀ ਬਿਲਕੁਲ। ਨਾਲੇ ਜਦੋਂ ਚੁਟਕਲੇ ਸੁਣਾਉਂਦੇ ਸੀ ਉਦੋਂ ਤਾਂ ਭੂਮਿਕਾ ਹੋਰ ਸੀ, ਉਹ ਤਾਂ ਭਾਵੇਂ ਹੋਰ ਸੁਣਾਈ ਜਾਂਦੇ, ਕੋਈ ਚੱਕਰ ਨਹੀਂ ਸੀ, ਲੋਕ ਪੇੜ ਵੀ ਸੁਣ ਲੈਣਗੇ। ਹੁਣ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਹੈ, ਰਾਜ ਦੇ ਮੁਖੀ ਨੇ, ਹੁਣ ਉਹ ਚੀਜ਼ਾਂ ਨਹੀਂ ਚੱਲ ਸਕਦੀਆਂ। ਅਗਲੀ ਗੱਲ ਕਰੀਏ ਹਾਰਮੋਜ਼ ਜਿਹੜਾ ਜਲ ਮਾਰਗ ਹੈ ਉਹਦੀ, ਕੀ ਹੁਣ ਭਾਰਤ ਦੇ ਬੇੜੇ ਵੀ ਨਹੀਂ ਲੰਘ ਸਕਣਗੇ ਜੀ ਇਸ ਜਲ ਮਾਰਗ ਤੋਂ? ਦੇਖੋ, ਜਦੋਂ ਇਸਲਾਮਾਬਾਦ ਚ ਹੋਈ ਗੱਲਬਾਤ ਟੁੱਟਦੀ ਦਿਖੀ, ਹਾਂਜੀ, ਤਾਂ ਫਿਕਰ ਵਧਿਆ ਕਿ ਕਿਤੇ ਜੰਗ ਹੋਰ ਭਿਆਨਕ ਰੂਪ ਨਾਲ ਲੈ ਜਾਵੇ। ਚਲੋ ਅਜੇ ਵੀ ਕੁਝ ਦਿਨ ਪਏ ਨੇ ਸੀਜ਼ ਫਾਇਰ ਵਾਲੇ, ਪਰ ਉਹਦੇ ਵਿੱਚ ਲਿਬਨਾਨ ਤੇ ਹਮਲੇ ਜਿਵੇਂ ਇਜ਼ਰਾਈਲ ਵੱਲੋਂ ਲਗਾਤਾਰ ਜਾਰੀ ਨੇ, ਉਸ ਨੇ ਫਿਕਰ ਤਾਂ ਵਧਾਇਆ ਹੋਇਆ। ਪਰ ਜਿਸ ਤਰ੍ਹਾਂ ਇੱਕ ਵਾਰ ਫਿਰ ਸਿਆਸੀ ਤਲਵਾਰਾਂ, ਬਿਆਨਬਾਜ਼ੀ ਦੀਆਂ ਤਲਵਾਰਾਂ ਅਮਰੀਕਾ ਤੇ ਈਰਾਨ ਦੇ ਵਿਚਾਲੇ ਤਣ ਗਈਆਂ ਜੀ, ਉਹ ਕਹਿੰਦਾ ਹਾਰਮੁਜ਼ ਸਾਡਾ ਕੰਟਰੋਲ ਹੈ, ਅਸੀਂ ਜਿਹਨੂੰ ਭੇਜਾਂਗੇ ਟੋਲ ਲੈ ਕੇ ਭੇਜਾਂਗੇ। ਅਮਰੀਕਾ ਕਹਿੰਦਾ ਟੋਲ ਲੈ ਕੇ ਦੇਖੋ, ਜਿਹੜਾ ਵੀ ਟੋਲ ਦੇ ਕੇ ਬੇੜਾ ਲੰਘ ਕੇ ਆਊਗਾ ਅਸੀਂ ਗਾਂ ਜਾਣ ਨਹੀਂ ਦਿਆਂਗੇ, ਹੈਨਾ। ਉਹਦੇ ਤਾਂ ਹਮਲਾ ਉਵੇਂ ਹੀ ਹੋਊਗਾ, ਉਵੇਂ ਉਹਦੇ ਨਾਲ ਨਜਿੱਠਿਆ ਜਾਊਗਾ ਜਿਵੇਂ ਕੋਈ ਮੰਨ ਲਓ ਨਸ਼ੇ ਦਾ, ਡਰੱਗ ਦਾ ਕੋਈ ਜਹਾਜ਼ ਲੰਘ ਰਿਹਾ ਹੋਵੇ, ਉਹਦੇ ਨਾਲ ਤਾਂ ਉਵੇਂ ਨਜਿੱਠਾਂਗੇ। ਹੁਣ ਇਹਦਾ ਮਤਲਬ ਨਾਕੇ ਤੇ ਨਾਕਾ ਲੱਗੂਗਾ। ਜੇ ਨਾਕੇ ਤੇ ਨਾਕਾ ਲੱਗੂ, ਉਹਦੇ ਵਿੱਚੋਂ ਫਿਰ ਜਿਹੜੇ ਹੁਣ ਤੱਕ ਲੰਘ ਕੇ ਆਏ ਨੇ ਬੇੜੇ ਜਿਹਨੇ ਮੁਲਕਾਂ ਦੇ, ਜੇ ਉਹ ਲੰਘਣਗੇ ਤਾਂ ਫਿਰ ਕੀ ਅਮਰੀਕਾ ਦੀ ਧਮਕੀ ਹੈ ਈਰਾਨ ਨੂੰ ਹੈ, ਕਿ ਅਮਰੀਕਾ ਦੀ ਧਮਕੀ ਹੈ ਚੀਨ ਨੂੰ ਹੈ, ਕਿ ਅਮਰੀਕਾ ਦੀ ਧਮਕੀ ਸਾਰੇ ਮੁਲਕਾਂ ਨੂੰ ਹੈ? ਹੁਣ ਈਰਾਨ ਨੂੰ ਕਹਿਣਾ ਪੈ ਰਿਹਾ ਹੈ ਕਿ ਬੇੜੇ ਤਾਂ ਅਸੀਂ ਟੋਲ ਲੈ ਕੇ ਲੰਘਾਵਾਂਗੇ, ਪਰ ਭਾਰਤ ਤੋਂ ਕਦੇ ਟੋਲ ਨਹੀਂ ਲਿਆ ਜੀ। ਭਾਰਤ ਵੀ ਕਹਿ ਰਿਹਾ ਕਿ ਨਹੀਂ ਜੀ, ਅਸੀਂ ਟੋਲ ਦੇ ਕੇ ਨਹੀਂ ਕਦੇ ਲੰਘ ਕੇ ਆਏ, ਸਾਨੂੰ ਤਾਂ ਹੀ ਲੰਘਾਉਂਦਾ। ਕੀ ਇਹ ਅਮਰੀਕਾ ਨੂੰ ਦੱਸਣ ਲਈ ਹੈ ਕਿ ਭਾਈ ਭਾਰਤ ਦੇ ਬੇੜੇ ਲੰਘਣ ਨਹੀਂ, ਕੀ ਜਾਂ ਅਮਰੀਕਾ ਨੂੰ ਇਹ ਦੱਸਣ ਲਈ ਹੈ ਕਿ ਲੈ ਤੂੰ ਸੋਚਦਾ ਕਿ ਮੋਦੀ ਮੇਰੇ ਤੋਂ ਡਰ ਕੇ ਚੱਲਦਾ, ਲੈ ਉਹਦਾ ਸਾਡੇ ਨਾਲ ਅੰਦਰ ਖਾਤੇ ਸੈੱਟ ਹੈ? ਕੀ ਇਹ ਕੂਟਨੀਤੀ ਹੈ? ਇਸ ਬਿਆਨ ਦੇ ਉਹ ਅਰਥ ਲੱਗਣਗੇ ਤੇ ਇਹ ਸਾਡੇ ਲਈ ਹੁਣ ਸ਼ੰਕੇ ਸ਼ੋਭੇ ਪੈਦਾ ਹੋਣਗੇ। ਅਮਰੀਕਾ ਨਾਲ ਕੀ ਰਿਸ਼ਤਾ, ਈਰਾਨ ਨਾਲ ਕੀ ਹੈ, ਇਜ਼ਰਾਈਲ ਨਾਲ ਕਿਵੇਂ ਹੈ, ਇਹ ਹੋਰ। ਤੇ ਜਾਂ ਮਤਲਬ ਕਿ ਚੀਨ ਤੇ ਰੂਸ ਜਿਵੇਂ ਪਿੱਠ ਪਿੱਛੋਂ ਰੋਲ ਨਿਭਾ ਰਹੇ ਨੇ, ਕਿ ਕੱਲ ਨੂੰ ਭਾਰਤ ਇਹ ਸਾਬਤ ਕਰ ਪਾਊਗਾ ਕਿ ਹਾਂ ਅਸੀਂ ਵੀ ਪਿੱਠ ਪਿੱਛੋਂ ਈਰਾਨ ਦੇ ਨਾਲ ਸੀ ਜੀ। ਸਹੀ ਇਹ ਸਥਿਤੀ, ਪਰ ਇਹ ਸਭ ਦੇ ਵਿੱਚ ਥੋੜੀ ਜਿਹੀ ਉਮੀਦ ਹੈ ਕਿ ਦੁਬਾਰਾ ਸ਼ਾਇਦ ਗੱਲਬਾਤ ਦੀਆਂ ਕੋਸ਼ਿਸ਼ਾਂ ਤੁਰੀਆਂ ਨੇ ਜੀ, ਤੇ ਉਮੀਦ ਕਰਦੇ ਹਾਂ ਕਿ ਗੱਲਬਾਤ ਦੁਬਾਰਾ ਹੋਵੇ, ਕਿਉਂਕਿ ਇਹ ਮਸਲੇ ਹੁਣ ਨਿਬੜਨੇ ਮੇਜ਼ ਤੇ ਹੀ ਨੇ ਤੇ ਜੰਗ ਅੱਗੇ ਨਾ ਵਧੇ। ਇਸ ਉਮੀਦ ਨਾਲ ਹੀ ਅਸੀਂ ਇੰਤਜ਼ਾਰ ਕਰਾਂਗੇ ਕਿ ਛੇਤੀ ਮਸਲਾ ਰੁਕੇ, ਨਹੀਂ ਤਾਂ ਫਿਰ ਭਾਰਤ ਦੇ ਬੇੜੇ ਵੀ ਫਸੇ ਨਜ਼ਰ ਆਉਣਗੇ ਜੀ। ਲਗਭਗ ਹੁਣ ਪਿਛਲੇ 2 ਦਿਨਾਂ ਤੋਂ ਹਾਰਮੁਜ਼ ਇੱਕ ਤਰ੍ਹਾਂ ਨਾਲ ਪਰਮਾਨੈਂਟ ਬੰਦ ਹੈ ਜੀ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਸੰਗੀਤ ਜਗਤ ਨੂੰ, ਜਿਹੜਾ ਹਾਲੀਆ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਪਿਆ। ਆਸ਼ਾ ਭੌਂਸਲੇ ਬਹੁਤ ਵੱਡੇ ਸੰਗੀਤਕ ਮਹਾਰਥੀ ਸਨ, ਬਹੁਤ ਵੱਡੇ ਸਿੰਗਰ ਸਨ, ਉਹਨਾਂ ਦੇ ਜਾਣ ਦੇ ਨਾਲ ਕੀ ਸੰਗੀਤ ਦਾ ਵਹਿੰਦਾ ਦਰਿਆ ਰੋਕ ਗਿਆ ਸ਼ਰਮਾ ਜੀ? ਬਿਲਕੁਲ। ਕੱਲ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ ਪੂਰੇ ਸਨਮਾਨਾਂ ਨਾਲ। ਵੱਡੀ ਗਿਣਤੀ 'ਚ ਵੱਡੀਆਂ ਹਸਤੀਆਂ ਉਸ ਸਮੇਂ ਪਹੁੰਚੀਆਂ। ਮਤਲਬ ਆਸ਼ਾ ਭੋਸਲੇ ਹੋਰੀ 92 ਵਰ੍ਹਿਆਂ ਦੇ ਸਨ ਜੀ, ਤੇ ਮੈਂ ਦੇਖ ਰਿਹਾ ਸੀਗਾ ਕਿ 82 ਸਾਲ ਹੋ ਗਏ ਉਹਨਾਂ ਨੂੰ ਗਾਉਂਦੇ ਹਨ। ਮਤਲਬ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮਰਾਠੀ ਫਿਲਮ ਦੇ ਵਿੱਚ ਪਹਿਲਾ ਗੀਤ ਗਾਇਆ ਸੀ ਜੀ। ਇਹਦਾ ਮਤਲਬ ਉਹ ਪਹਿਲਾਂ ਹੀ ਗਾਉਂਦੇ ਸੀ, ਤਾਂ ਉਹ ਪਹਿਲਾ ਗੀਤ 10 ਸਾਲ ਦੀ ਉਮਰ ਦੇ ਵਿੱਚ ਫਿਲਮ ਦੇ ਰਿਕਾਰਡ ਤੇ ਆਇਆ। ਤੇ 14 ਸਾਲ ਦੀ ਉਮਰ ਸੀ ਜਦੋਂ ਹਿੰਦੀ ਫਿਲਮ 'ਚ ਪਹਿਲਾ ਗੀਤ ਗਾਤਾ ਸੀ। ਤੇ ਸ਼ਬਦ ਗਾਇਨ ਤੋਂ ਲੈ ਕੇ ਗੁਰਮੁਖੀ ਭਾਸ਼ਾ 'ਚ ਮਾਂ ਬੋਲੀ ਪੰਜਾਬੀ ਤੋਂ ਲੈ ਕੇ ਉਹਨਾਂ ਨੇ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗੀਤ ਗਾਏ। ਔਰ 2011 'ਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸੀ ਉਹਨਾਂ ਦੇ ਨਾਮ ਤੇ ਸਭ ਤੋਂ ਵੱਧ ਗੀਤ ਗਾਉਣ ਵਾਲੇ। ਠੀਕ ਹੈ, ਅੱਛਾ। ਤੋ ਲਤਾ ਮੰਗੇਸ਼ਕਰ ਦੀ ਸ਼ੈਡੋ ਹਿੱਟ ਰਹਿ ਕੇ ਵੀ ਆਪਣੇ ਆਪ ਨੂੰ ਮਤਲਬ ਐਡਾ ਵੱਡਿਆਂ ਸਾਬਤ ਕਰਨਾ ਇਹ ਛੋਟਾ ਨਹੀਂ ਹੁੰਦਾ। ਸੋ ਇਸ ਲਈ ਉਹਨਾਂ ਨੇ ਮੁਕਾਮ ਹਾਸਲ ਕੀਤਾ। ਪਦਮ ਭੂਸ਼ਣ ਉਹਨਾਂ ਨੂੰ ਸਭ ਤੋਂ ਵੱਡਾ ਸਨਮਾਨ ਜਿਹੜਾ ਭਾਰਤ ਦਾ ਉਹ ਮਿਲਿਆ ਜੀ। ਸੋ ਬਿਲਕੁਲ 92 ਵਰ੍ਹਿਆਂ ਦੀ ਉਮਰ 'ਚ ਜਦੋਂ ਗਏ ਤਾਂ ਉਹ ਕੱਲ ਕਈ ਸੰਗੀਤਕਾਰ ਉਹਨਾਂ ਦੀ ਅੰਤਮ ਵਿਦਾਇਗੀ ਸਮੇਂ ਜਦੋਂ ਸੰਸਕਾਰ ਹੋ ਰਿਹਾ ਸੀ ਤਦੋਂ ਉਹਨਾਂ ਦੇ ਗੀਤ ਅਭੀ ਨਾ ਜਾਓ ਛੋੜ ਕਰ ਗਾ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਸੀ। ਸੋ ਗਾਇਕ ਜਿਹੜੇ ਹੁੰਦੇ ਨੇ ਉਹਨਾਂ ਦੇ ਗੀਤ
ਅਮਰ ਹੋ ਜਾਂਦੇ ਨੇ ਤੇ ਉਸ ਤਰੀਕੇ ਨਾਲ ਫਿਰ ਉਹ ਸਦੀਆਂ ਤੱਕ ਜਿਉਂਦੇ ਰਹਿੰਦੇ। ਜੀ ਸਹੀ ਹੈ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।